श्री वाहिगुरु साहिब जी। प्राण अपान समान अर बयान उदान है मजान। पाँच ठिकाने ते भयो एकै पवन बखान। ਵਾਹਿ ਖਾਲਸਾ वाहिगुरु जी की फतेह। ਮੇਰੇ ਖਿਆਲ 62 ਛੰਦ ਪਹਿਲਾਂ ਹੋ ਗਏ ਸੀ ਨਾ। ਹਾਂਜੀ। ਅਧਿਆਤਮ ਪ੍ਰਕਾਸ਼ ਦੇ 63ਵੇਂ ਛੰਦ ਤੋਂ ਆਪਾਂ ਇਹ ਤਤ ਪਦ ਦਾ ਅਰਥ ਤਾਂ ਪਹਿਲਾਂ ਹੋ ਗਿਆ ਸੀ, ਹੁਣ ਤਵੰਗ ਪਦ ਦਾ ਚੱਲ ਰਿਹਾ। ਤਵੰਗ ਪਦ ਜੀਵ ਦਾ ਵਾਚਕ ਹੈ। ਜੀਵ ਦੇ ਅੰਦਰ 5 ਪ੍ਰਾਣ ਵੀ ਹੁੰਦੇ ਨੇ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਪੰਜਾਂ ਤੱਤਾਂ ਤੋਂ ਪੈਦਾ ਹੋਈਆਂ। ਉਹ ਆਪਾਂ ਕੱਲ੍ਹ ਪੜ੍ਹੀਆਂ ਸੀਗੀਆਂ ਨਾ, ਕਿਹੜੇ ਤੱਤ ਤੋਂ ਕਿਹੜੀ ਗਿਆਨ ਇੰਦਰੀ ਤੇ ਕਿਹੜੀ ਕਰਮ ਇੰਦਰੀ ਹੈ ਨਾ। ਹੁਣ ਦੱਸਦੇ ਆ ਵੀ ਇੱਕੋ ਹੀ ਹਵਾ 5 ਠਿਕਾਣਿਆਂ ਤੇ ਕਰਕੇ 5 ਨਾਂ ਰਖਾ ਕੇ 5 ਪ੍ਰਾਣ ਬਣਦੀ ਹੈ। ਪ੍ਰਾਣ ਅਪਾਨ ਸਮਾਨ ਅਰ ਬਿਆਨ ਉਦਾਨ ਜਾਨ, ਇਹ ਜਾਣ ਲਓ। 5 ਠਿਕਾਣੇ ਦੇ ਪਇਓ, 5 ਠਿਕਾਣਿਆਂ ਤੋਂ ਵੱਖਰੇ ਕੰਮ ਕਰਨ ਕਰਕੇ 5 ਨਾਂ ਹੋ ਗਏ 5 ਪ੍ਰਾਣਾਂ ਦੇ। ਇੱਕ ਹੈ ਪਵਨ, ਹਵਾ ਇੱਕੋ ਹੀ ਹੈ। ਹਾਂਜੀ। ਗੁਦਾ ਪਾਨ ਹੈ। ਗੁਦਾ ਪਾਨ ਹੀਏ ਪ੍ਰਾਣ ਪੁਨ, ਕੰਠ ਉਦਾਨ ਹੈ ਮਾਨ, ਨਾਭ ਸਮਾਨ ਸਰੀਰ ਸਭ, ਬਿਆਨ ਵਸੈ ਇਹ ਜਾਨ। 5 ਗੁਣ ਦੱਸਦੇ ਨੇ ਕਿਹੜੇ ਕਿਹੜੇ ਮਤਲਬ ਸਥਾਨਾਂ ਦੇ ਉੱਤੇ ਕਿਹੜਾ ਕਿਹੜਾ ਹੈਗਾ। ਗੁਦ ਅਪਾਨ ਹੈ, ਗੁਦਾ ਵਿੱਚ ਅਪਾਨ ਹੈ, ਹਿਰਦੇ 'ਚ ਪ੍ਰਾਣ ਹੈ, ਕੰਠ 'ਚ ਉਦਾਨ ਹੈ, ਨਾਭੀ 'ਚ ਸਮਾਨ ਹੈ ਤੇ ਸਾਰੇ ਸਰੀਰ 'ਚ ਬਿਆਨ ਹੈ, व्यापक ਜਿਹੜੀ है। 5 पवनों के 5 स्थान कहते हैं। गुदा में अपान, हृदय में प्राण, कंठ में उदान, नाभि में समान और सर्व शरीर में बयान वायु बस्ती जान। इस प्रकार स्थान पे से 5 पवन हुई है इको ही है, हवा इको ही है, पर स्थान वखरे वखरे ते ਉਹਦੇ 5 बन गए, 5 प्राण हो गए। 5 ਭੂਤ ਕੇ ਅੰਸ਼ ਤੇ ਉਪਜੇ ਮਨ ਅਰ ਬੁੱਧ। ਫਿਰ 5 ਤੱਤਾਂ ਦੇ ਵਿੱਚੋਂ ਜਿਹੜਾ ਸਤੋ ਗੁਣ ਹੈ, ਉਹਦੇ ਵਿੱਚੋਂ ਸਤੋਗੁਣੀ ਅੰਸ਼ ਦੇ ਵਿੱਚੋਂ ਮਨ ਤੇ ਬੁੱਧੀ ਪੈਦਾ ਹੁੰਦੇ ਨੇ। ਸਭ ਇੰਦਰੀਆਂ ਕੇ ਸਵਾਦ ਕੀ ਹੈ ਤਾਹੀ ਤੇ ਸੁਧ। ਸਾਰੇ ਇੰਦਰੀਆਂ ਦਾ ਜਿਹੜਾ ਸਵਾਦ ਹੈ ਉਹ ਮਨ ਤੇ ਬੁੱਧੀ ਕਰਕੇ ਪਤਾ ਲੱਗਦਾ। ਜੇ ਮਨ ਬੁੱਧੀ ਨਾ ਹੋਵੇ ਤਾਂ ਇੰਦਰੀਆਂ ਨੂੰ ਜੋ ਰਸ ਆ ਰਿਹਾ ਉਹਦਾ ਅਨੁਭਵ ਨਹੀਂ ਹੋ ਸਕਦਾ। 5 भूतों के सतोवंश से मन और बुद्धि की उत्पत्ति हुई है, इसी से इनके सब इंद्रियों के स्वादन की खबर है। दोहरा 5 प्राण दवै बुद्ध मन, इंद्रिय दसो गनाए, इंद्रिय दसो गनाए, 5 तत्व 17 भये त्यों सब दे बताए। 5 प्राण, दोवें मन ते बुद्धि, 10 इंद्रियां ज्ञान इंद्रिय, कर्म इंद्रियां, 5 तत्व। सवाल किया सी भी महाराज जी भी 5 तत्तां तो 17 तत्त किवें हो गए सूखम शरीर दे। ਤਾਂ ਹੁਣ ਉਹ ਦੱਸ ਦਿੱਤਾ। ਕਹਿੰਦੇ ਵੀ 5 ਦੇ ਪ੍ਰਾਣ ਨੇ, 6ਵੇਂ ਮਨ, 7ਵੀਂ ਬੁੱਧੀ ਤੇ 10 ਇੰਦਰੀਆਂ ਪਾ ਲਓ, ਕਰਮ ਇੰਦਰੀਆਂ, ਗਿਆਨ ਇੰਦਰੀਆਂ, 17 ਹੋ ਗਏ ਨਾ। ਹਾਂਜੀ। 5 ਤੱਤਾਂ ਤੋਂ 17 ਇੱਦਾਂ ਬਣਦੇ ਆ। ਠੀਕ ਹੈ। ਹਾਂਜੀ। टीका 5 प्राण दोनों मन ते बुद्ध 10 इंद्रिय जो कहे हैं, यह 5 तत्वों से इस तरह 17 हुए और यह कहे हैं। दोहरा कारण जो पहले कही आर्या लिंग समेत। ਪਹਿਲਾਂ ਕਾਰਨ ਦੇ ਕਹੀ ਸੀ ਅਗਿਆਨ ਅਵਿਦਿਆ, ਹਾਂਜੀ, ਤੇ ਦੂਜੀ ਸੂਖਮ ਦੇ ਕਹਿਤੀ ਲਿੰਗ ਸਮੇਤ ਦੇ ਜਿਹਨੂੰ ਕਹਿੰਦੇ ਆ। ਤੇ ਹੁਣ ਕਹਿੰਦੇ ਵੀ ਕਰਮ ਭੋਗ ਕੇ ਕਰਨ ਕੋ ਥੂਲ ਦੇ ਧਰ ਲੇਖ। ਉਹ ਕਰਮਾਂ ਦਾ ਭੋਗ ਭੋਗਣ ਵਾਸਤੇ ਉਹੀ ਕਾਰਨ ਤੇ ਸੂਖਮ ਜਿਹੜੇ ਦੇਹ ਹੈ ਜੀਵ ਦੀ, ਉਹ ਸਥੂਲ ਦੇਹ ਨੂੰ ਧਾਰਨ ਕਰਦੀ ਹੈ। ਕਿਸੇ ਮਾਂ ਦੇ ਪੇਟ ਜਨਮ ਲੈਣ ਵਾਸਤੇ ਆ ਜਾਂਦੀ ਹੈ। ਹਾਂਜੀ।
ਟੀਕਾ ਕਾਰਨ ਦੇਹ ਜਿਹੜੀ ਪਹਿਲੇ ਕਹਿ आए हाँ और यह जो लिंग देह अर्थात सूक्ष्म शरीर कहा है, इसको सहत कर्मों को भोग करने के स्थूल देह तार लेता है। शिक्षावाच कारण सूक्ष्म देह दवै कही सो समझी देव, अब कहिया करके कृपा स्थूल देह को भेव। ਹੁਣ ਮਹਾਰਾਜ ਨੂੰ ਸਿੱਖ ਪੁੱਛਦਾ ਗੁਰੂ ਨੂੰ, ਕਹਿੰਦਾ ਤੁਸੀਂ ਕਾਰਨ ਦੇ ਦੱਸੀ ਉਹ ਵੀ ਮੈਂ ਸਮਝ ਲਈ, ਸੂਖਮ ਦੇ ਦੱਸੀ ਉਹ ਵੀ ਸਮਝ ਲਈ, ਦੋਵੇਂ ਦੇਵਾਂ ਨੂੰ ਮੈਂ ਸਮਝ ਲਿਆ, ਕਾਰਨ ਨੂੰ ਵੀ ਸੂਖਮ ਨੂੰ। ਹੁਣ ਕਿਰਪਾ ਕਰਕੇ ਜਿਹੜੀ ਇਹ ਸਥੂਲ ਦੇ ਹੈ ਸਾਹਮਣੇ ਦਿਸ ਰਹੀ ਹੈ, ਪਕੜ ਚਾਉਂਦੀ ਹੈ, ਇਹਦਾ ਵੀ ਭੇਦ ਦੱਸ ਦਿਓ। ਠੀਕ ਹੈ। ਸਿੱਖਿਆ ਪ੍ਰਸ਼ਨ ਕਾਰਨ ਦੇਹ ਉਹ ਸੂਖਮ ਦੇਹ ਹੈ ਜੋ ਦੋਨੋਂ ਦੇਹਾਂ ਆਪ ਨਹਿ ਦੇਵ ਕਹੀਆਂ ਹੈ आपने हे देव कहियां हैं सो मैं समझिया हैं, परंतु अब कृपा करके स्थूल देह का भेद मेरे प्रत कहो, जो वह कैसे होती है। श्री गुरुवाच मरहटा छंद महाभूत पंचीकृत करके संचित कर्म उपावै, सुख और दुख के भोग करन को स्थूल देह छब छावै। ਕਹਿੰਦੇ ਵੀ ਪੰਜਾਂ ਤੱਤਾਂ ਨੇ, ਪੰਜ ਤੱਤ ਨੇ ਨਾ, ਮਹਾਭੂਤ ਨੂੰ ਕਹਿੰਦੇ, ਭੂਤ ਤੱਤਾਂ ਨੂੰ ਕਹਿੰਦੇ, ਉਹਨਾਂ ਦਾ ਪੰਚੀਕਰਨ ਹੁੰਦਾ, ਉਹ ਫਿਰ ਸੰਚਿਤ ਕਰਮ ਪੈਦਾ ਹੁੰਦੇ ਨੇ, ਸੁੱਖ ਦੁੱਖ ਦੇ ਭੋਗ ਵਾਸਤੇ ਸੂਲ ਦੇ ਬਣਦੀ ਹੈ, ਛਬ ਪਾਵੇ ਸ਼ੋਭਾ ਪਾਉਂਦੀ है। महाभूतों का पंचीकरण करके संचित कर्म उत्पन्न होते हैं, वही संचित कर्म सुख दुख के भोग करने वास्ते स्थूल देह को विराजमान कर लेवे हैं। सिक्ख्योवाच पंचीकृत में समझो नाही, सो प्रभ आप बतायो, जो प्रभ आप बतायो, सो विस्तार पूर्वक मोसो, कहिए प्रभ छब छायो। हाँ, सिख ने क्वेश्चन किया, कहना जो पंचीकृत शब्द तुसीं वरतिया वो मैनू समझ नहीं आई, सो विस्तार पूर्वक मैनू दसो भी पंचीकृत की हुंदा। सिक्ख्या प्रश्न के हे प्रभ आपने जो पंचीकृत कहा है सो तो मैं समझा ही नहीं, सो है विराजमान प्रभ मेरे ताई विस्तार पूर्वक कहो। श्री गुरुवाच दोहरा मह कठोर अर दरवत जल ते जल, मह कठोर अर दरवत जल, तेज उष्णता मान, चलत वायु खाली जहाँ तहाँ आकाश बखान। कहते धरती कठोर है ਤੇ ਪਾਣੀ ਜਿਹੜਾ ਉਹ ਦਰਵਤ ਹੈ, ਤਰਲ ਹੈ, ਲੀਕਵਿਡ ਹੈ। ਤੇਜ਼ ਜਿਹੜੀ ਅਗਨੀ ਹੈ ਉਹ ਗਰਮ ਹੈ, ਉਸ਼ਣਤਾ ਵਾਲੀ ਹੈ। ਚਲਤ ਵਾਯੂ ਚੱਲਣ ਵਾਲੀ ਹਵਾ, ਤੇ ਜਿੱਥੇ ਖਾਲੀ ਉਹਨੂੰ ਆਕਾਸ਼ ਕਹਿੰਦੇ, ਖਾਲੀ ਜਹਾਂ तहाँ आकाश बखान। गुरु उत्तर कहते हैं पृथ्वी कठोर, दरवने वाला जल, तेज उसने तपत, चलने वाली वायु, और जहाँ खाली तहाँ आकाश कहा है। एक तत्व के 5 कर, पांचन के 25, 5 अंश न्यारे रहे, मिसरत कीने बेईस। हाँ जी, ਹੁਣ ਪੰਚੀਕਰਨ ਕਿਵੇਂ ਹੋਇਆ ਵੀ ਇੱਕ ਤੱਤ ਦੇ 5 ਕਰ ਲਏ, 5 ਬੰਦੇ ਬੈਠੇ, ਮੰਨ ਲਓ ਆਪਾਂ, ਮੇਰੇ ਕੋਲ 1 ਕਿਲੋ ਸੇਬ, ਤੁਹਾਡੇ ਕੋਲ 1 ਕਿਲੋ ਸੰਤਰੇ, ਇਹਨਾਂ ਕੋਲ 1 ਕਿਲੋ ਖਰਬੂਜਾ, ਇਹਨਾਂ ਕੋਲ 1 ਕਿਲੋ ਆੜੂ, ਇਹਨਾਂ ਕੋਲ 1 ਕਿਲੋ ਅਮਰੂਦ। ਤਾਂ ਅਸੀਂ ਪੰਜੇ ਮਿੱਤਰ, ਅਸੀਂ ਹੁਣ ਆਪਸ 'ਚ ਬਹਿ ਕੇ ਖਾਣਾ ਸੀਗਾ, ਕਿਉਂਕਿ ਮੈਂ ਘਰੋਂ ਸੇਬ ਲੈ ਕੇ ਆਇਆ ਸੀਗਾ ਆਪਣੇ ਖਾਣ ਲਈ, ਤੇ ਜ਼ਿਆਦਾ ਰੁਚੀ ਮੇਰੀ ਸੇਬ ਖਾਣ ਦੀ ਹੈ ਵੀ ਮੈਂ ਆਪਣੇ ਕੋਲ ਜ਼ਿਆਦਾ ਸੇਬ ਖਾਵਾਂਗਾ, ਤੁਹਾਡੇ ਕੋਲ ਖਰਬੂਜਾ ਸੀ ਤੇ ਤੁਸੀਂ ਖਰਬੂਜਾ ਖਾਓਗੇ, ਪਰ ਤੁਸੀਂ ਨਾਲ ਦੇ ਨੂੰ ਵੀ ਦੇਣਾ। ਇਸ ਕਰਕੇ ਉਹਨਾਂ ਨੇ ਅੱਧਾ ਹਿੱਸਾ, ਜਿਹੜੇ ਅੱਧੇ ਸੇਬ ਸੀ 1 ਕਿਲੋ 'ਚੋਂ, ਉਹ ਮੈਂ ਆਪਣੇ ਕੋਲ ਅੱਧਾ ਕਿਲੋ ਰੱਖ ਲਏ, 500 ਗ੍ਰਾਮ। ਜਿਹੜੇ 500 ਗ੍ਰਾਮ ਬਾਕੀ ਸੀਗੇ ਉਹ ਮੈਂ 100 ਗ੍ਰਾਮ ਚਾਰਾਂ ਨੂੰ ਦੇ ਦਿੱਤੇ। ਤੁਹਾਡੇ ਕੋਲ ਜਿਹੜਾ ਸੀਗਾ ਖਰਬੂਜਾ, ਉਹ ਤੁਸੀਂ ਅੱਧਾ ਕਿਲੋ ਆਪ ਰੱਖ ਕੇ ਅੱਧਾ ਕਿਲੋ ਜਿਹੜਾ ਉਹ ਚਾਰਾਂ ਨੂੰ 100 ਗ੍ਰਾਮ ਕਰਤਾ। ਇਹਨਾਂ ਕੋਲ ਜਿਹੜਾ ਸੇਬ ਜੋ ਵੀ ਫਰੂਟ ਸੀਗਾ, ਅਮਰੂਦ ਸੀ, ਉਹ ਇਹਨਾਂ ਨੇ ਚੱਕ ਕੇ ਅੱਧਾ ਕਿਲੋ ਆਪ ਰੱਖੇ, ਅੱਧਾ ਕਿਲੋ ਨੂੰ 100 ਗ੍ਰਾਮ ਚਾਰਾਂ 'ਚ ਵੰਡਤਾ। ਇਸੇ ਤਰ੍ਹਾਂ ਜਿਨ੍ਹਾਂ ਕੋਲ ਆੜੂ ਸੀਗੇ ਉਹਨਾਂ ਨੇ ਵੀ
ਅੱਧਾ ਕਿਲੋ ਆਪ ਰੱਖ ਕੇ 125 ਗ੍ਰਾਮ ਪੰਜਾਂ ਮਿੱਤਰਾਂ ਨੇ ਖਾ ਵੀ ਲਏ ਤੇ ਪੰਜਾਂ ਮਿੱਤਰਾਂ ਨੇ ਆਪਣਾ ਹਿੱਸਾ ਜਿਹੜਾ ਲੈਂਦਾ ਸੀ, ਜਿਹਨੂੰ ਜ਼ਿਆਦਾ ਲਾਈਕ ਕਰਦੇ ਸੀ ਉਹਨਾਂ ਦੇ ਕੋਲ ਰਹਿ ਗਿਆ। ਤੋ ਇਸ ਤਰੀਕੇ ਨਾਲ ਇਹ ਕਹਿੰਦੇ ਆ ਪਹਿਲੇ ਏਕ ਤत्व के 5 भाग किए। ਇੱਕ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਹੈ। ਦੂਸਰਾ ਤਰੀਕਾ ਇੱਥੇ ਇਹਨਾਂ ਨੇ ਦੇਖਿਆ ਹੈ ਵੀ ਇੱਕ ਤत्व ਦੇ 5 ਭਾਗ ਕੀਏ। ਧਰਤੀ ਦੇ 5 ਹੋ ਗਏ, ਹਵਾ ਦੇ 5 ਹੋ ਗਏ, ਉੱਦਾਂ ਵੀ 5 ਹੀ ਹੋਏ ਜਿਵੇਂ ਮੈਂ ਦੱਸਿਆ, ਉੱਦਾਂ ਰੱਖ ਕੇ ਹੋਏ 4 ਹੋਏ। ਤੇ ਜੇ ਉਹਨੂੰ ਮੰਨ ਲਓ 200 ਗ੍ਰਾਮ ਕਰਕੇ ਵੀ ਵੰਡਦੇ ਕਿਲੋ ਨੂੰ ਤਾਂ ਵੀ 5 ਹੋ ਜਾਂਦੇ। ਤਾਂ 5 ਭਾਗ 5 ਪੰਜਾ 25 एक दे 5 हो गए तो 25 हो गए ना। हिसाब से 25 तत्व हुए। पांचों तत्वों का एक एक भाग न्यारा रहने दिया, अद्धा अद्धा वो जी पहली गल दसी इक्वल ज्यादा औरों को रला के 20 कीते 20। इसी प्रकार से पंचीकरण कहते हैं, परंतु बहुता वेदांत ग्रंथन में ऐसा भी पंचीकरण कहा है। पंचभूतन में से एक एक के 2 भाग हिस्से किए, 100 पे 10। इनमें से पहले 5 भाग रहने दिए और दूसरे 5 भागन में से एक एक भाग के 4 भाग किए। सो 4 भाग आकाश आदि पूतना आप अपने अद्धा मुख भाग रहने दिया। इस विषय ना मिलाए कि आप से भिन्न 4 भूतन के आधे भागन बिखे मिलावने सो पंचीकरण कहिए है। इसमें दृष्टांत जैसे कोई 5 मित्र खखड़ी आदि एक एक फल को इकट्ठे खाने लगे, तब सबने ने आपो अपने फल के 2 भाग करके आधा अपने लिए रखा और बाकी आधे भाग 4 भाग करके मित्रन को बांट दिए और आप उनसे लिए। इसी प्रकार मेलने से सब भाग बराबर हुआ। ऐसा ही तत्वों पर जानना। चलो छप्पे अस्त मास तवक रोम नाड़िका प्रगट पंच भोग। ये 5 ਜਿਹੜੇ ਨੇ ਇਹ ਧਰਤੀ ਦੇ ਨੇ। ਅਸਤ ਹੱਡੀਆਂ, ਮਾਸ, ਤਵਚ ਸਕਿਨ ਕਹਿੰਦੇ ਇਹਨੂੰ, ਰੋਮ ਜਿਹੜੇ ਕੇਸ ਨੇ, ਨਾੜਿਕਾ ਨਾੜੀਆਂ ਜਿਹੜੀ ਸਰੀਰ ਚ ਹੁੰਦੀਆਂ, ਇਹ 5 ਧਰਤੀ ਦੇ ਭੋਗ। ਰੇਤ पित्त और श्वेत लार पुन रुद्र नीर तरेव। रेत कहते ने वीरज नूं, सीमन नूं। पित्त कहते ने जिहड़ी पिंडे ते गर्मी आंदी है। श्वेत जिहड़ा पसीना आउंदा, लार जिहड़ी मूँह तो लालां डिगदियां ने, रुद्र जिहड़ा खून है। ये 5 चीज़ां पानी तो बणीआं, ये पानी दा तत्त है ना। भूख प्यास मुख प्रभा नींद आलिस्य सो तेज गन। भुख प्यास जिहड़ी चेहरे की क्रांति चमक हुंदी है, प्रभा नूं फेस दी, नींद ते आलस, ये अग्नि दे ने 5। धावन कूदन चलन सकुच प्रसन्न सो पवन पान। पसरन धावन दौड़ना, कुदना उपर नूं, चलना हौले जिवें आपां तुरदे आं, कुछ इकट्ठे हो जाना ते पसरना, पैर चौड़े करने, बाਹਾਂ चौड़ियां करनी, पसारना, ये हवा दे गुण ने। सिर कंठ उदर और हृदय कट यह आकाश विद पंच लह। सिर कंठ गला, उदर पेट, हृदय कटी लक, ये आकाश दे 5 तत्त ने। इन 5 भूत पंचीकरण कर 25 सुखदेव कह। इन 5 तत्तां दे पंचीकरण हो गया, 25 बन गए। सुखदेव मुनि जी कहते हैं। ठीक है। पृथ्वी के 5 तत्व अस्थि अस्त हड्ड मांस त्वचा रोम और नाड़ी। डिम में से अस्थि पृथ्वी का मुख्य भाग है। पृथ्वी के 5 तत्व राम नाल एक जहाज लंघ जाने दे करके पृथ्वी के 5 तत्व अस्थि हड्ड मांस त्वचा रोम और नाड़ी। इनमें से अस्थि पृथ्वी का मुख्य भाग है, हड्डी।
ਉਹਨੇ ਅੱਧਾ ਆਪਣਾ ਰੱਖ ਲਿਆ ਨਾ, ਹਿੱਸਾ ਜਿਹੜਾ ਮੁੱਖ ਭਾਗ ਹੋ ਗਿਆ। ਔਰ ਕਾਏ ਤੇ ਕਠਨ ਉਹ ਪੀਤ ਵਰਣ ਹੈ, ਹੱਡੀ ਕਰੜੀ ਹੁੰਦੀ ਹੈ, ਧਰਤੀ ਵੀ ਕਰੜੀ ਹੁੰਦੀ ਹੈ, ਤੇ ਹੱਡੀ ਵੀ ਪੀਲੇ ਰੰਗ ਦੀ ਹੁੰਦੀ ਹੈ, ਤੇ ਧਰਤੀ ਦਾ ਵੀ ਪੀਲਾ ਜਿਹਾ ਹੀ ਭਾਵ ਮਾਰਦੀ ਹੈ, ਕਿਤੇ ਬਹੁਤ ਹੀ ਪੀਲੀ ਹੁੰਦੀ ਮਿੱਟੀ। और पृथ्वी भी कठिन है और कहीं को पीत रंग वाली है, कई था किते किते बहुत ही पीली होती मिट्टी। या तो यह पृथ्वी का मुख्य भाग है। मास पृथ्वी के विखे जल का भाग मिलया है, कहीं ते मास गीला है और जल भी गीला है, ਜਾਂ ਤੇ जल का भाग है विच ਉਹਦੇ पृथ्वी ਦੇ ਮੁੱਖ ਦਾ ਮਾਸ ਦੇ ਧਰਤੀ ਦਾ, ਪਰ ਜਲ ਦਾ ਵੀ ਹਿੱਸਾ ਮਿਲ ਗਿਆ ਨਾ। त्वचा जिन्होंने चमड़ी कहने, स्किन कहने। पृथ्वी विखे वायु का भाग मिलया है, धरती दे विच हवा का भाग मिलया। काहे ते त्वचा सीत ठंडा, उष्ण गर्मी, कठिन कोमल, स्पर्श की परीक्षा हो गए है। धरती का पता लगता ना भी तत्ता ठंडा, कठिन कोमल है, चमड़ी का पता लगता। और वायु भी स्पर्श गुण वाला है, वो भी स्पर्श ही करता है, अपन होर तो दिखता नहीं। यह वायु का भाग है। रोम पृथ्वी विखे आकाश का भाग मिलया है, काहे दे रोम सुनने हैं, काटने से पीड़ा होवे नहीं। वो आकाश भी सुनने हैं, जानते ये आकाश का भाग है। नाड़ी पृथ्वी विखे तेज का भाग मिलया अग्नि का, काहे ते नाड़ी से ताप की परीक्षा हो गया है, कितना शरीर गर्म है। और तेज भी ताप रूप है, आग आग जी तप तप गर्म है ना, यहाँ तो यह तेज का भाग है। जल के 5 तत्व रेत बीरज। मेरा ख्याल इदा करिए, ये तुहानू कंठ करन च देर लगनी है। ठीक है जिवें कर हुण पहलां ते धरती दे 5 जिहड़े ने वो कंठ कर रहे हो। ठीक है, तेज ही पता कर। ठीक है। वाहिगुरू जी का खालसा, वाहिगुरू जी की फतेह।